ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ। ਵੈਸੇ ਤਾਂ ਤਿੰਨੇ ਹੀ ਖਬਰਾਂ ਜਿਹੜੀਆਂ ਨੇ ਅੱਜ ਉਹ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਹੀ ਨੇ। ਇੱਕ ਵਿਧਾਇਕ ਜਿਹੜਾ ਉਹ ਰਗੜਿਆ ਗਿਆ, ਉਹ ਤੇ ਈਡੀ ਦੀਆਂ ਰੇਡਾਂ ਪੈ ਗਈਆਂ। ਕੀ ਕੁਝ ਗੱਲਬਾਤ ਹੈ ਉਸ 'ਤੇ ਵੀ ਕਰਾਂਗੇ। ਤਾਂ ਉਧਰ ਹਾਈ ਕੋਰਟ ਦੇ ਵਿੱਚੋਂ ਵੀ ਦੋ ਝਟਕੇ ਜਿਹੜੇ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਲੱਗ ਗਏ ਆ। ਇਹ ਸਰਕਾਰ ਲਗਾਤਾਰ ਦਿਨੋਂ ਦਿਨ ਜਿਹੜੀ ਆ ਬੈਕਫੁੱਟ ਤੇ ਜਾ ਕੇ ਹੋ ਰਹੀ ਹੈ। ਮਾਮਲਾ ਕੀ ਹੈ, ਕੀ ਕੁਝ ਗੱਲਬਾਤ ਹੈ, ਉਸ 'ਤੇ ਜਿਹੜੀ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਖ ਸਾਹਿਬ, ਸ਼ੁਰੂਆਤ ਜਿਹੜੀ ਆ ਉਹ ਆਪਾਂ ਵਿਧਾਇਕ ਵਾਲੀ ਖਬਰ ਤੋਂ ਹੀ ਕਰ ਲੈਂਦੇ ਹਾਂ। ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਜਿਹੜੇ ਹੈਗੇ ਆ, ਅਮਰਗੜ੍ਹ ਤੋਂ ਵਿਧਾਇਕ ਨੇ, ਉਹਨਾਂ ਦੇ ਉੱਪਰ ਈਡੀ ਦੀ ਜਿਹੜੀ ਕਹਿੰਦੇ ਰੇਡ ਪੈ ਗਈ ਹੈ। ਇਹ ਮਾਮਲਾ ਕੀ ਹੈ, ਤਫਸੀਲ ਨਾਲ ਸਮਝਾਇਓ ਸਾਡੇ ਦਰਸ਼ਕਾਂ ਨੂੰ ਕਿ ਕਾਂਡ ਕੀ ਹੋ ਗਿਆ ਹੈ। ਸੁਖਵਿੰਦਰ ਜੀ, ਇੱਕ ਗੱਲ ਤੁਸੀਂ ਨੋਟ ਕੀਤੀ ਹੋਊਗੀ ਕਿ ਜਿੰਨੇ ਵੀ ਮਾਜਰੇ ਨੇ, ਚੇਤਨ ਮਾਜਰਾ ਹੋਏ ਭਾਵੇਂ ਗੱਜਣ ਮਾਜਰਾ ਹੋਏ ਜਾਂ ਕੋਈ ਹੋਰ ਮਾਜਰਾ ਹੋਵੇ, ਜੌੜ ਮਾਜਰਾ, ਮਾਫ ਕਰਨਾ, ਚੇਤਨ ਸਿੰਘ ਜੌੜ ਮਾਜਰਾ ਸੀ, ਉਹ ਵੀ ਮਾਜਰਾ, ਇਹ ਵੀ ਮਾਜਰਾ, ਪਤਾ ਨਹੀਂ ਮਾਝੇ ਕਿਸ ਤਰ੍ਹਾਂ ਜਾ ਰਹੇ ਆ, ਇਹ ਨਹੀਂ ਸਮਝ ਲੱਗ ਰਹੀ। ਇੱਕ ਦੀ ਗੱਲ ਠੰਡੀ ਹੁੰਦੀ ਹੈ, ਦੂਜਾ ਆ ਜਾਂਦਾ। ਖੈਰ, ਜਿਹੜਾ ਜਸਵੰਤ ਸਿੰਘ ਗੱਜਣ ਮਾਜਰਾ ਸਾਹਿਬ ਨੇ ਹਲਕਾ ਅਮਰਗੜ੍ਹ ਤੋਂ ਆਮ ਪਾਰਟੀ ਦੇ ਵਿਧਾਇਕ ਜਿਹੜੇ ਜਿੱਤੇ ਨੇ, ਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਉੱਤੇ ਸੀਬੀਆਈ ਦੀ ਰੇਡ ਜਿਹੜੀ ਆ ਹੋਈ ਸੀ, ਤੇ ਸੀਬੀਆਈ ਦੀ ਰੇਡ ਤੋਂ ਬਾਅਦ ਹੁਣ ਅੱਜ ਈਡੀ ਨੇ ਵੀ ਉਹਨਾਂ ਦੇ ਦਰ ਤੇ ਦਸਤਕ ਜਿਹੜੀ ਆ ਉਹ ਦੇ ਦਿੱਤੀ ਆ। ਸਕੰਜਾ ਉਹਨਾਂ ਦੇ ਦੁਆਲੇ ਈਡੀ ਨੇ ਕੱਸ ਦਿੱਤਾ। ਜਸਵੰਤ ਸਿੰਘ ਗੱਜਣ ਮਾਜਰਾ ਉਦੋਂ ਚਰਚਾ 'ਚ ਆਏ ਸਨ ਜਦੋਂ ਇਹਨਾਂ ਨੇ ਕਿਹਾ ਸੀ ਕਿ ਮੈਂ 1 ਰੁਪਈਆ ਤਨਖਾਹ ਲੈਣੀ ਹੈ ਕਿਉਂਕਿ ਖਜ਼ਾਨੇ 'ਤੇ ਮੈਂ ਬੋਝ ਨਹੀਂ ਪੈਣ ਦੇਣਾ। ਪਰ ਜਦੋਂ ਫਿਰ ਅਸਲੀ ਇਹਨਾਂ ਦੇ ਉਹ ਚੀਜ਼ਾਂ ਬੋਝ ਸਾਹਮਣੇ ਆ ਕਿ ਇਹਨਾਂ ਦੇ ਬੋਝ ਤਾਂ ਪੈ ਹੀ ਨਹੀਂ ਸਕਦਾ, ਕਿਉਂਕਿ ਇਹਨਾਂ ਨੇ ਤੇ ਆਪ ਹੀ ਬੈਂਕਾਂ ਦੇ ਉੱਤੇ ਬੜਾ ਜਿਹੜਾ ਬੋਝ ਆ ਪਾਇਆ, ਤਾਂ ਸੋ ਇਹ ਡਰਾਮਾ ਜਿਹਾ ਉਹਨਾਂ ਨੇ ਕਰ ਦਿੱਤਾ। ਮੁੱਦਾ ਇਹ ਹੈ ਕਿ ਇਹਨਾਂ ਦੇ ਉੱਤੇ 41 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਬੈਂਕ ਦੇ ਨਾਲ ਸੰਬੰਧਿਤ ਜਿਹੜਾ ਫਰਾਡ ਕੀਤਾ, ਉਹ ਇਹਨਾਂ ਤੇ ਇੱਕ ਮੁਕੱਦਮਾ ਜਿਹੜਾ ਇੱਕ ਕੇਸ ਜਿਹੜਾ ਕਰਪਸ਼ਨ ਦਾ ਦਰਜ ਹੈਗਾ। 40.92 ਕਰੋੜ ਦੀ ਰਾਸ਼ੀ ਜਿਹੜੀ ਆ ਉਹ ਬੈਂਕਾਂ ਕੋਲ ਇਹਨਾਂ ਨੇ ਕਰਜ਼ੇ ਦੇ ਰੂਪ ਚ ਲਈ ਹੈ, 4 ਵਾਰੀ ਲਈ ਹੈ, ਤੇ ਅਜੇ ਤੱਕ ਜਿਸ ਮਕਸਦ ਵਾਸਤੇ ਇਹਨਾਂ ਨੇ ਉਹ ਪੈਸੇ ਲਏ ਉਹ ਉਹਨਾਂ ਨੇ ਕਦੇ ਵੀ ਉਹਨਾਂ ਵਾਸਤੇ ਵਰਤੇ ਨਹੀਂ ਹੈ ਤੇ ਨਾ ਹੀ ਜਮ੍ਹਾਂ ਕਰਾਏ। ਤਾਂ ਫਿਰ ਉਹ ਲੁਧਿਆਣੇ ਦੀ ਜਿਹੜੀ ਬੈਂਕ ਬ੍ਰਾਂਚ ਸੀ, ਉਸਨੇ ਬਕਾਇਦਾ ਤੌਰ ਤੇ ਇਸ ਦੀ ਜਿਹੜੀ ਲਿਖਤੀ ਸ਼ਿਕਾਇਤ ਆ ਉਹ ਸੀਬੀਆਈ ਨੂੰ ਦਿੱਤੀ ਸੀ। ਤਾਂ ਸੀਬੀਆਈ ਜਦੋਂ ਉਦੋਂ ਆਈ ਪਿੱਛੇ ਜਿਹੇ ਦਿਨਾਂ, ਉਦੋਂ ਵੀ ਕਾਫੀ ਚਰਚਾਵਾਂ ਚੱਲੀਆਂ, ਤੇ ਸੀਬੀਆਈ ਨੇ ਰੇਡ ਕੀਤਾ। ਤਾਂ ਸੀਬੀਆਈ ਦੇ ਹੱਥ ਕਾਫੀ ਚੈੱਕ, ਆਧਾਰ ਕਾਰਡ ਤੇ ਰਜਿਸਟਰੀਆਂ ਜਿਹੜੀਆਂ ਸੀ ਉਹ ਸੀਬੀਆਈ ਦੇ ਹੱਥ ਜਿਹੜੀਆਂ ਲੱਗੀਆਂ ਸੀ। ਚੈੱਕ ਜਿਹੜੇ ਕੁਝ ਸਿਗਨੇਚਰਾਂ ਵਾਲੇ ਸਨ ਤੇ ਕੁਝ ਬਿਨਾਂ ਸਿਗਨੇਚਰਾਂ ਤੋਂ। ਤਾਂ ਉਸ ਵਕਤ ਵੀ ਇਹ ਕਾਫੀ ਚਰਚਾਵਾਂ 'ਚ ਰਹੇ, ਤੇ ਅੱਜ ਫਿਰ ਬਕਾਇਦਾ ਤੌਰ ਤੇ ਈਡੀ ਦਾ ਜਿਹੜਾ ਸਕੰਜਾ ਆ ਉਹ ਉਹਨਾਂ ਦੇ ਦੁਆਲੇ ਕੱਸਿਆ ਜਾਣਾ ਸ਼ੁਰੂ ਹੋਇਆ। ਸੁਖਵਿੰਦਰ ਜੀ, ਈਡੀ ਨੇ ਹਮੇਸ਼ਾ ਹਰ ਕੇਸ ਨੂੰ ਮਨੀ ਲਾਂਡਰਿੰਗ ਦੇ ਤਹਿਤ ਹੀ ਵਿਚਾਰਨਾ ਹੁੰਦਾ, ਵੇਖਣਾ ਹੁੰਦਾ, ਕਿਉਂਕਿ ਜਿਸ ਕੇਸ ਦੇ ਨਾਲ ਸੰਬੰਧਿਤ ਪੈਸੇ ਦਾ ਲੈਣ ਦੇਣ ਹੋਵੇ ਤਾਂ ਕੁਦਰਤੀ ਤੌਰ ਤੇ ਪੈਸਾ ਕਿੱਧਰੋਂ ਆਇਆ, ਕਿੱਧਰ ਗਿਆ, ਕਿਹੜੇ ਵਸੀਲਿਆਂ ਤੋਂ ਆਇਆ, ਕਿਹੜੇ ਸਰੋਤਾਂ ਤੋਂ ਆਇਆ, ਤੇ ਕਿਹਨਾਂ ਤੇ ਖਰਚਿਆ ਗਿਆ, ਇਹ ਈਡੀ ਨੇ ਸਾਰਾ ਕੁਝ ਜਾਂਚ ਜਿਹੜੀ ਆ ਕਰਦੀ ਹੁੰਦੀ ਆ। ਇਹ ਗੱਲ ਪਤਾ ਲੱਗੀ ਕਿ ਈਡੀ ਨੇ ਕਿਹੜੇ ਦਸਤਾਵੇਜ਼ ਲਏ ਜਾਂ ਕਿਹੜੇ ਨਹੀਂ ਲਏ, ਇਹਨਾਂ ਦੇ ਸੰਬੰਧੀ ਕੋਈ ਜਾਣਕਾਰੀ ਉਹ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚੀ। ਪਰ ਇਹ ਗੱਲ ਜ਼ਰੂਰ ਆ ਕਿ ਜਿਹੜੇ ਉਹਨਾਂ ਦੇ ਰੀਅਲ estate ਦਾ ਕਾਰੋਬਾਰ ਆ, ਇਹ ਸਕੂਲ ਨੇ, ਕਲੋਨੀਨਾਈਜ਼ਰ ਨੇ, ਉਹਨਾਂ ਦੇ ਦਫ਼ਤਰਾਂ ਦੇ ਉੱਤੇ ਸੀਬੀਆਈ ਮਾਫ ਕਰਨਾ ਈਡੀ ਨੇ ਅੱਜ ਰੇਡ ਕਰਕੇ ਕਾਫੀ ਕਾਗਜ਼ਾਤ ਜਿਹੜੇ ਉਹਨਾਂ ਨਾਲ ਸੰਬੰਧਿਤ ਖੰਗਾਲੇ ਆ। ਤੇ ਹੁਣ ਇਹਦੇ ਉੱਤੇ ਨਾਲ ਹੀ ਰਾਜਨੀਤੀ ਵੀ ਸ਼ੁਰੂ ਹੋ ਗਈ ਆ। ਰਾਜਨੀਤੀ ਤਾਂ ਬੜੇ ਦਿਨਾਂ ਦੀ ਸ਼ੁਰੂ ਹੋ ਰਹੀ ਸੀ। ਹੁਣ ਹਲਕਾ ਅਮਰਗੜ੍ਹ ਤੋਂ ਜਿਹੜੇ ਇਹਨਾਂ ਦੇ ਕੱਟੜ ਵਿਰੋਧੀ ਨੇ, ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਸਮਿਤ ਸਿੰਘ ਮਾਨ, ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਰੱਖ ਲਈ ਆ। ਹੁਣ ਵੇਖੋ ਉਹ ਕੱਲ ਕੀ ਕਰਦੇ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਰੱਖੀ ਇਹਦੇ ਸੰਬੰਧੀ। ਉਦੋਂ ਵੀ ਜਦੋਂ ਪਿੱਛੇ ਜੇ ਸੀਬੀਆਈ ਦੀ ਰੇਡ ਹੋਈ ਸੀ, ਉਦੋਂ ਵੀ ਉਹਨਾਂ ਨੇ ਕਾਫੀ ਕੁਝ ਖਿੱਚਿਆ ਸੀ, ਬਿਆਨ ਜਿਹੜੇ ਇੱਕ ਦੂਜੇ ਦੇ ਖਿਲਾਫ ਜਿਹੜੇ ਉਹ ਦਿੱਤੇ ਸਨ। ਚਲੋ, ਰਾਜਨੀਤੀ ਤਾਂ ਹੋਣੀ ਹੈ। ਬਾਕੀ ਸੁਖਵਿੰਦਰ ਜੀ, ਇਹ ਜਿਹੜੀਆਂ ਚਰਚਾਵਾਂ ਨੇ ਕਿ ਜਿਸ ਤਰੀਕੇ ਨਾਲ ਜਸਵੰਤ ਸਿੰਘ ਹੋਣਾ ਤੇ ਇਹ ਇਲਜ਼ਾਮ ਲੱਗੇ ਨੇ, ਈਡੀ ਦਾ ਸਕੰਜਾ ਜਿਹੜਾ ਕੱਸਿਆ ਜਾਣ ਲੱਗਾ। ਦੂਜੇ ਪਾਸੇ ਇਹ ਵੀ ਆਪਾਂ ਕਹਿ ਸਕਦੇ ਕਿ ਹਰਿਆਣੇ ਦੇ ਵਿੱਚ ਚੋਣ ਇੱਕ ਚੋਣ ਜਿਹੜੀ ਆਦਮਪੁਰ ਹਲਕੇ ਤੋਂ ਜਿਹੜੀ ਹੋਣੀ ਹੈ, ਉਹਦੇ ਵਾਸਤੇ ਵੀ ਤਿਆਰੀਆਂ ਹੋ ਸਕਦੀਆਂ। ਸੋ ਕਹਿ ਸਕਦੇ ਆ ਕਿ ਇੱਕ ਕਿਸਮ ਦਾ ਇੱਕ ਪੋਲੀਟੀਕਲ ਸਿਆਸੀ ਜੰਗ ਵੀ ਹੋ ਸਕਦੀ ਆ ਕਿ ਇੱਕ ਦੂਜੇ ਨੂੰ ਦਬਾਉਣ ਦੇ ਖਾਤਰ। ਪਰ ਜਿਸ ਤਰੀਕੇ ਦੇ 40 ਕਰੋੜ ਦੀ ਰਾਸ਼ੀ, ਕਿਉਂਕਿ ਇਹ ਜਿਹੜੀ ਸ਼ਿਕਾਇਤ ਆ ਸੀਬੀਆਈ ਕੋਲ, ਇਹ ਆਮ ਕਿਸੇ ਬੰਦੇ ਨੇ ਦਰਜ ਨਹੀਂ ਸੀ ਕਰਾਈ,
ਇਹ ਬੈਂਕ ਨੇ ਦਰਜ ਕਰਾਈ ਸੀ। ਤਾਂ ਫਿਰ ਕੁਦਰਤੀ ਤੌਰ ਤੇ ਜਦੋਂ ਫਿਰ ਬੈਂਕ ਇਨਵੋਲਵ ਹੋਵੇ, ਘਾਟਾ ਬੈਂਕ ਦਾ ਘੁਟਾਲਾ ਹੋਇਆ ਹੋਵੇ, ਤਾਂ ਫਿਰ ਸੱਚ ਦਾ ਫਿਰ ਕੁਝ ਅਜਿਹਾ ਹੁੰਦਾ ਜਿਹੜਾ ਲੁਕਾਇਆ ਜਾ ਰਿਹਾ। ਔਰ ਬੜੀ ਹੈਰਾਨਗੀ ਦੀ ਗੱਲ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਕੋਈ ਵੀ ਭ੍ਰਿਸ਼ਟ, ਕੋਈ ਵੀ ਅਪਰਾਧੀ, ਕੋਈ ਵੀ ਅਜਿਹਾ ਬੰਦਾ ਆਪਣੇ ਨਾਲ ਨਹੀਂ ਜੋੜਨਾ ਜਿਹਦੇ ਉੱਤੇ ਕਿਸੇ ਕਿਸਮ ਦਾ ਇਲਜ਼ਾਮ ਜਿਹੜਾ ਲੱਗਾ ਹੋਵੇ। ਤੇ ਹੁਣ ਜਿਹੋ ਜਿਹੇ ਇਲਜ਼ਾਮ ਲੱਗਦੇ ਜਾ ਰਹੇ ਆ ਜੀ, ਤੇ ਤੁਸੀਂ ਦੇਖ ਲਓ ਕਿ ਜਿਹੋ ਜਿਹੇ ਇਲਜ਼ਾਮ ਹੁਣ ਲੱਗੇ ਨੇ ਇਹਨਾਂ ਦੇ, ਚਾਹੇ ਉਹ ਇਹਨਾਂ ਦਾ ਸਿਹਤ ਮੰਤਰੀ ਹੋਵੇ, ਉਹਨਾਂ ਦੇ ਆਪ ਹੀ ਇਹਨਾਂ ਨੇ ਲਾਏ ਹੋਣ, ਚਾਹੇ ਹੁਣ ਜਸਵੰਤ ਸਿੰਘ ਗੱਜਣ ਮਾਜਰਾ ਹੋਣੀ ਹੋਣ, ਜਾਂ ਹੁਣ ਕੱਲ ਨੂੰ ਕੋਈ ਹੋਰ ਆ ਜਾਊਗਾ। ਸੋ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਬੜਾ ਕੁਝ ਜਿਹੜਾ ਸਾਹਮਣੇ ਆ ਰਿਹਾ। ਸੁਖਵਿੰਦਰ ਜੀ, ਇਹਦੇ ਉੱਤੇ ਤਾਂ ਆਮ ਆਦਮੀ ਪਾਰਟੀ ਦੀ ਉਸ ਕਾਰਜਸ਼ੈਲੀ ਤੇ ਹੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਕਿ ਜਿਹੜੀ ਇਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਅਸੀਂ ਸਾਫ਼ ਸੁਥਰਾ ਪ੍ਰਸ਼ਾਸਨ, ਸਾਫ਼ ਸੁਥਰੀ ਛਵੀ ਵਾਲੇ ਬੰਦੇ ਦੇਵਾਂਗੇ, ਪਰ ਜਿਹੜੇ ਬੰਦੇ ਦਿੱਤੇ ਜਾ ਰਹੇ ਆ ਉਹ ਖਲੀਫੇ ਹੀ ਸਾਰੇ ਸਾਹਮਣੇ ਆ ਰਹੇ ਆ। ਔਰ ਇਹੋ ਜਿਹੇ ਖਲੀਫੇ, ਕੋਈ ਬੰਦੇ ਨੇ ਦੂਜਾ ਵਿਆਹ ਕਰਾਇਆ ਆ, ਕੋਈ ਕੁਝ ਕਰਨ ਡਿਆ, ਕੁਝ ਕਰਨ ਡਿਆ, ਔਰ ਸਾਰਾ ਕੁਝ ਬਰਦਾਸ਼ਤ ਜਿਹੜਾ ਕੀਤਾ ਜਾ ਰਿਹਾ। ਜਿਹੜੇ ਇੱਕ ਹੋਰ ਜਿਹੜੇ ਹੈਗੇ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ, ਉਹਨਾਂ ਨੇ ਜਿਹੜਾ ਸੈਕੰਡ ਵਿਆਹ ਜੀ ਦੋ ਹੋ ਗਏ ਕਿ ਸਾਹਿਬ ਮੁੱਖ ਮੰਤਰੀ ਨਹੀਂ ਚਲੋ ਆਪਾਂ ਉਹਦੇ ਸੰਬੰਧੀ ਖਾਲੀ ਕੋਈ ਗੱਲ ਕਰਦੇ ਨਹੀਂ ਕਰ ਰਹੇ ਆਪਾਂ। ਜਿਹੜੀ ਮੈਂ ਤਾਂ ਤੁਹਾਡੀ ਮੈਂ ਜਾਣਕਾਰੀ ਕੀ ਕਰ ਰਿਹਾ ਸੀਗਾ ਕਿ ਭਾਈ ਇੱਕ ਨਾ ਤੁਸੀਂ ਕਹੋ, ਆਪਣੇ ਤੇ ਪੱਤਰਕਾਰੀ ਦੇ ਤੌਰ ਤੇ ਲੋਕੀ ਵਿਸ਼ਵਾਸ ਕਰਕੇ ਆਪਣਾ ਪ੍ਰੋਗਰਾਮ ਸੁਣਦੇ ਆ। ਜੇ ਤੁਹਾਡੀ ਜਾਣਕਾਰੀ ਅਧੂਰੀ ਰਹਿ ਗਈ ਤਾਂ ਫਿਰ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਕਿਤੇ ਨਾ ਕਿਤੇ ਸਾਡੀ ਜਾਣਕਾਰੀ ਤੇ ਸ਼ੱਕ ਪੈਦਾ ਹੋ ਜਾਊ। ਮੈਂ ਤਾਂ ਕਰਕੇ ਹੋ ਗਿਆ। ਨਹੀਂ, ਉਹ ਜਿਹੜਾ ਦੂਜਾ ਵਿਆਹ ਸੀ ਉਹ ਤਾਂ ਬਕਾਇਦਾ ਤੌਰ ਤੇ ਤਲਾਕ ਦੇਣ ਤੋਂ ਬਾਅਦ ਹੋਇਆ, ਤੇ ਉਹ ਕਹਿੰਦੇ ਆ ਨਾ, ਤਾਂ ਕਰਕੇ ਮੈਂ ਉਸ ਨੂੰ ਕੋਡ ਨਹੀਂ ਕਰਦਾ ਜੀ। ਮੈਂ ਫਿਰ ਵੀ ਮੈਂ ਕਿਹਾ ਤੁਹਾਡੀ ਜਾਣਕਾਰੀ 'ਚ ਆਪਾਂ ਵਾਧਾ ਕਰ ਦਈਏ, ਨਹੀਂ ਠੀਕ ਹੈ, ਇੱਕ ਭਰੋਸੇਯੋਗਤਾ ਬਣੀ ਹੁੰਦੀ ਆ। ਜੀ ਅਗਲੀ ਖਬਰ ਆਪਾਂ ਕੀ ਸਾਹਿਬ ਲੈ ਲੈਂਦੇ ਆ। ਅਗਲੀ ਖਬਰ ਇਹ ਹੈ ਕਿ ਜਿਹੜੇ ਕੋਟਾ ਰੱਖਿਆ ਗਿਆ ਸੀਗਾ, ਰਿਜ਼ਰਵੇਸ਼ਨ ਦਾ ਕੋਟਾ ਰੱਖਿਆ ਗਿਆ ਸੀਗਾ, ਜਿਹੜੇ ਜਿਹੜੇ ਅਫਸਰ ਨਿਯੁਕਤ ਕੀਤੇ ਸੀਗੇ ਏਜੀ ਦੀ ਟੀਮ ਦੇ ਲਈ, ਤਾਂ ਉਹ ਜਿਹੜੀ ਟੀਮ ਦੇ ਲਈ 58 ਜਿਹੜੀਆਂ ਰੱਖੀਆਂ ਗਈਆਂ ਸੀ ਅਸਾਮੀਆਂ ਐਸਸੀ ਭਾਈਚਾਰੇ ਦੇ ਲਈ, ਤਾਂ ਉਹਦੇ ਵਿੱਚ ਹੁਣ ਕਹਿੰਦੇ ਹਾਈ ਕੋਰਟ ਨੇ ਝਟਕਾ ਦੇ ਦਿੱਤਾ ਹੈ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਇਹ ਜਿਹੜੀਆਂ, ਮੈਨੂੰ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਨੇ ਉਹ ਕੋਟੇ ਦੇ ਬਜਾਏ ਕਿਉਂ ਨਹੀਂ ਜਿਹੜੀਆਂ ਉਹ ਯੋਗਤਾ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ? ਸੁਖਵਿੰਦਰ ਜੀ, ਜਿਹੜੀ ਲਾਅ ਅਫਸਰਾਂ ਦੀ ਜਿਹੜੀ ਭਰਤੀ ਸੰਬੰਧੀ ਵਿਗਿਆਪਨ ਜਿਹੜਾ ਦਿੱਤਾ ਗਿਆ, ਉਹਦੇ ਵਿੱਚ ਇਹ ਰਿਜ਼ਰਵੇਸ਼ਨ ਰੱਖੀ ਗਈ ਸੀ, ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਠੋਕ ਕੇ ਦਾਅਵਾ ਕੀਤਾ ਤੇ ਬਿਆਨ ਕੀਤਾ ਕਿ ਪੰਜਾਬ ਹੀ ਇੱਕ ਅਜਿਹੀ ਸਟੇਟ ਆ ਜਿਹਦੇ ਵਿੱਚ ਐਸਸੀ ਭਾਈਚਾਰੇ ਨਾਲ ਸੰਬੰਧਿਤ ਸੀਟਾਂ ਜਿਹੜੀਆਂ ਰਿਜ਼ਰਵ ਜਿਹੜੀਆਂ ਕਰ ਦਿੱਤੀਆਂ ਗਈਆਂ ਲਾਅ ਅਫਸਰਾਂ ਦੀਆਂ। ਪਰ ਜਦੋਂ ਕਿ ਲਾਅ ਅਫਸਰਾਂ ਦੀ ਜਿਹੜੀ ਨਿਯੁਕਤੀ ਹੁੰਦੀ ਹੈ, ਕੋਈ ਪਰਮਾਨੈਂਟ ਨਿਯੁਕਤੀ ਨਹੀਂ ਹੁੰਦੀ, ਤੇ ਇਹਦੇ ਵਿੱਚ ਅੱਜ ਤੱਕ ਕਦੇ ਵੀ ਇਹੋ ਜਿਹਾ ਪ੍ਰਾਵਧਾਨ ਜਿਹੜਾ ਉਹ ਨਹੀਂ ਰੱਖਿਆ ਗਿਆ, ਰਿਜ਼ਰਵੇਸ਼ਨ ਕਦੇ ਵੀ ਨਹੀਂ ਰੱਖੀ ਗਈ, ਕਿਉਂਕਿ ਇਹ ਉਹ ਪੋਸਟਾਂ ਨੇ ਜਿਹੜੀਆਂ ਆਪਣੇ ਤਹਿਤ ਹੀ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਤੇ 5 ਸਾਲਾਂ ਵਾਸਤੇ ਇਹਨਾਂ ਦੀ ਜਿਹੜੀ ਮਿਆਦ ਹੁੰਦੀ ਹੈਗੀ ਆ। ਤਾਂ ਉਹ ਜਿਹੇ ਸੰਬੰਧ ਦੇ ਵਿੱਚ ਜਦੋਂ ਇਹ ਪੋਸਟਾਂ ਪਹਿਲਾਂ ਵੀ ਐਡਵਰਟਾਈਜ਼ ਹੋਈਆਂ, ਤਾਂ ਉਦੋਂ ਨੈਸ਼ਨਲ ਐਸਸੀ ਜਿਹੜਾ ਕਮਿਸ਼ਨ ਸੀ, ਉਹਨੂੰ ਵੀ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ, ਤਾਂ ਬਕਾਇਦਾ ਤੌਰ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹਦੇ ਸੰਬੰਧੀ ਜਿਹੜੀ ਰਿਟ ਪਈ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ। ਤਾਂ ਜਦੋਂ ਉਹ ਰਿਟ ਪਾਈ ਗਈ, ਤਾਂ ਉਦੋਂ ਪਤਾ ਨਹੀਂ ਉਹ ਕਿਹਨੇ, ਉਹ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਪਾਈ ਗਈ ਕਿ ਅਸੀਂ ਐਸਸੀ ਕਮਿਊਨਿਟੀ ਨਾਲ ਸੰਬੰਧਿਤ, ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਲਾਅ ਅਫਸਰ ਨਿਯੁਕਤ ਕਰਨੇ ਨੇ। ਤਾਂ ਅਜੇ ਸੁਣਵਾਈ ਚੱਲ ਹੀ ਰਹੀ ਸੀ ਕਿ ਉਹ ਜਿਹੜੀ ਆ ਨੈਸ਼ਨਲ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਆ, ਉਹਦੇ ਵੱਲੋਂ ਪਾਈ ਗਈ ਰਿਟ ਪਟੀਸ਼ਨ ਵਾਪਸ ਲੈ ਲਈ ਗਈ। ਬਾਅਦ ਦੇ ਵਿੱਚ ਵਿਗਿਆਪਨ ਦੇ ਦਿੱਤਾ ਗਿਆ, ਤਾਂ ਉਹ ਭਰਤੀ ਵੀ ਜਿਹੜੀ ਆ ਉਹਦੇ ਵਾਸਤੇ ਇੱਕ ਪ੍ਰੋਸੈਸ ਜਿਹੜਾ ਸੀ ਉਹ ਸਟਾਰਟ ਜਿਹੜਾ ਹੋ ਗਿਆ। ਪਰ ਹੁਣ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੁਬਾਰਾ ਹਰਕਤ 'ਚ ਆ ਗਈ ਆ। ਉਹਨਾਂ ਨੇ ਸਰਕਾਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਕਿਉਂ ਨਾ ਅਸੀਂ ਇਸ ਐਡਵਰਟਾਈਜ਼ਮੈਂਟ ਦੇ ਹੀ ਉੱਤੇ ਰੋਕ ਲਗਾ ਦਈਏ, ਕਿਉਂਕਿ ਇਹੋ ਜਿਹਾ ਪ੍ਰਾਵਧਾਨ ਕਿਤੇ ਹੈ ਹੀ ਨਹੀਂ। ਤੁਸੀਂ ਨਵੀਆਂ ਅਸੀਂ ਕਹਿ ਸਕਦੇ ਕਿ ਲੀਹਾਂ, ਨਵੇਂ ਮੀਲ ਪੱਥਰ ਸਥਾਪਿਤ ਕਰਨ ਦੇ ਚੱਕਰਾਂ 'ਚ ਇਹੋ ਜਿਹੀਆਂ ਸੰਵਿਧਾਨ ਦੇ ਨਾਲ ਛੇੜਖਾਨੀ ਜਿਹੜੀ ਉਹ ਕਰ ਰਹੇ ਜੇ, ਜਾਂ ਇਹੋ ਜਿਹੀਆਂ ਨਵੀਆਂ ਪਿਰਤਾਂ ਪਾ ਰਹੇ ਜੇ ਕਿ ਜਿਹੜੀਆਂ ਆਉਂਦੀਆਂ ਸਰਕਾਰਾਂ ਵਾਸਤੇ ਜਾਂ ਆਉਂਦੇ ਅਸੀਂ ਕਹਿ ਸਕਦੇ ਕਿ ਹੋਰ ਲੋਕਾਂ ਵਾਸਤੇ ਵੀ ਪ੍ਰੋਬਲਮ ਜਿਹੜੀਆਂ ਰਾਜਾਂ ਵਾਸਤੇ ਕ੍ਰੀਏਟ ਕਰ ਸਕਦੀਆਂ ਨੇ, ਕਿਉਂਕਿ ਇਹੋ ਜਿਹੀ ਸੰਵਿਧਾਨ ਦੇ ਵਿੱਚ ਕਿਤੇ ਵੀ ਇਹੋ ਜਿਹੀ ਹੈ ਹੀ ਨਹੀਂ ਕਿ ਤੁਸੀਂ ਜਦੋਂ ਲਾਅ ਅਫਸਰਾਂ ਦੀ ਨਿਯੁਕਤੀ ਕਰਨੀ ਆ ਤਾਂ ਉਹ ਤੁਸੀਂ ਦਲਿਤ ਭਾਈਚਾਰੇ ਨੂੰ ਰਿਜ਼ਰਵੇਸ਼ਨ ਦੇਣ ਦੇ ਮੁੱਦੇ ਨਾਲ ਕਰਦੀ ਹੈ। ਅਸਲ 'ਚ ਸੁਖਵਿੰਦਰ ਜੀ, ਇਹ ਤਾਂ ਮੁੱਦਾ ਕੇਵਲ ਰਾਜਨੀਤੀ ਸਿਆਸੀ ਮੁੱਦਾ ਆ।
ਕਿ ਪੰਜਾਬ ਦੇ ਵਿੱਚ ਜੇਕਰ ਕਾਂਗਰਸ ਪਾਰਟੀ ਦਲਿਤ ਭਾਈਚਾਰੇ ਦੇ ਮੁੱਖ ਮੰਤਰੀ ਨੂੰ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੰਦੀ ਆ, ਉਹਦੇ ਸਿਰ ਤੇ ਵੋਟਾਂ ਕੈਸ਼ ਕਰਨ ਵਾਸਤੇ ਉਹਦਾ ਨਾਮ ਕੈਸ਼ ਕਰਤੀ ਕਿ ਵੇਖੋ ਜੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਹਿੰਦੁਸਤਾਨ 'ਚ ਪਹਿਲਾ ਮੁੱਖ ਮੰਤਰੀ ਜਿਹੜਾ ਬਣਾਤਾ, ਬਾਅਦ ਦੇ ਵਿੱਚ ਉਹਨੂੰ ਉਮੀਦਵਾਰੀ ਕੈਂਡੀਡੇਟ ਉਹ ਲਿਖਦੇ ਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਬਸਪਾ ਨੂੰ ਨਾਲ ਲੈ ਕੇ ਇਲੈਕਸ਼ਨ ਲੜਦਾ ਹੈਗਾ, ਤੇ ਇਹਦੇ ਵਿੱਚ ਵੀ ਆਮ ਆਦਮੀ ਪਾਰਟੀ ਵੀ ਜੋ ਮਰਜ਼ੀ ਕਹਿ ਲਓ ਹੈ ਤਾਂ ਰਾਜਨੀਤਿਕ ਪਾਰਟੀ ਆ, ਇਹਨੇ ਵੀ ਆਪਣਾ ਨਫਾ ਨੁਕਸਾਨ ਸੋਚਣਾ ਹੀ ਸੋਚਣਾ। ਤਾਂ ਉਸੇ ਨਫੇ ਨੁਕਸਾਨ ਦੇ ਤਹਿਤ ਹੀ ਇਹਨਾਂ ਨੇ ਇਹ ਜਿਹੜਾ ਐਸਸੀ ਕਾਰਡ ਖੇਡਣ ਦਾ ਯਤਨ ਜਿਹੜਾ ਕੀਤਾ। ਤਾਂ ਮੈਂ ਇਹਨੂੰ ਐਸਸੀ ਕਾਰਡ ਹੀ ਕਹਾਂਗਾ, ਕੇਵਲ ਤੇ ਕੇਵਲ ਭਾਈਚਾਰੇ ਦੀਆਂ ਵੋਟਾਂ ਨੂੰ ਇਕੱਤਰ ਕਰਨ ਵਾਸਤੇ। ਹਾਲਾਂਕਿ ਉਹਨਾਂ ਨੇ ਵਾਅਦੇ ਤੇ ਬੜੇ ਕੀਤੇ ਕਿ ਯੋਗਤਾ ਦੇ ਆਧਾਰ ਤੇ ਹੋਏਗਾ, ਇਹ ਹੋਏਗਾ, ਉਹ ਹੋਏਗਾ। ਜਦੋਂ ਇਹਦਾ ਕੋਈ ਟੈਸਟ ਹੀ ਨਹੀਂ ਹੋਣਾ, ਕੋਈ ਗੱਲ ਹੀ ਨਹੀਂ ਹੋਣੀ, ਇਹ ਤਾਂ ਬੰਦੇ ਦੀ ਨਿਯੁਕਤੀ ਹੋਣੀ ਆ। ਤਾਂ ਨਿਯੁਕਤੀ ਇਹਨਾਂ ਨੇ ਆਪਣੇ ਖਾਸ ਚ ਹਿੱਥੇ ਬੰਦਿਆਂ ਦੀ ਜਿਹੜੀ ਕਰਨੀ ਹੋਊਗੀ ਐਸਸੀ ਭਾਈਚਾਰੇ ਦੇ ਵਿੱਚੋਂ, ਉਸ ਕਰਕੇ ਇਹ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਸੀ, ਤਾਂ ਜੋ ਐਸਸੀ ਭਾਈਚਾਰੇ ਦੇ ਵਿੱਚ ਇੱਕ ਪ੍ਰਭਾਵ ਇਹ ਦਿੱਤਾ ਜਾਵੇ ਕਿ ਜਿਹੜੀ ਆਮ ਆਦਮੀ ਪਾਰਟੀ ਇਹ ਦਲਿਤ ਵਰਗ ਦੇ ਹੱਕਾਂ ਵਾਸਤੇ ਪੂਰਨ ਤੌਰ ਤੇ ਸੁਚੇਤ ਹੈਗੀ ਆ, ਤੇ ਅਸੀਂ ਉਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਨਿਰਾਸ਼ ਜਿਹੜਾ ਉਹ ਨਹੀਂ ਕਰਾਂਗੇ। ਪਰ ਹਾਈ ਕੋਰਟ ਨੇ ਇਹਦੇ ਉੱਤੇ ਹੁਣ ਜਿਹੜਾ ਸਟੇ ਲੈ ਕੇ ਇੱਕ ਝਟਕਾ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਆ, ਇਹ ਜ਼ਰੂਰ ਸੋਚਣਾ ਚਾਹੀਦਾ ਕਿ ਜਿਹੜੀਆਂ ਇਹੋ ਜਿਹੀਆਂ ਨਿਯੁਕਤੀਆਂ ਨੇ ਜਿੱਥੇ ਕੇਵਲ ਤੇ ਕੇਵਲ ਸਰਕਾਰੀ ਪੱਧਰ ਤੇ ਸਰਕਾਰ ਦੇ ਆਪਣੇ ਪੱਧਰ ਤੇ ਕਰਦੀਆਂ ਹੁੰਦੀਆਂ ਨੇ, ਉੱਥੇ ਅਜਿਹੀ ਰਿਜ਼ਰਵੇਸ਼ਨ ਦੀ ਕੋਈ ਲੋੜ ਜਿਹੜੀ ਆ ਨਹੀਂ ਹੁੰਦੀ। ਇਹ ਮਹਿਜ਼ ਇੱਕ ਵਰਗ ਨੂੰ ਖੁਸ਼ ਕਰਨ ਦੀ ਪ੍ਰਕਿਰਿਆ, ਪਰ ਹਾਈ ਕੋਰਟ ਨੇ ਇਹਦੇ ਵਿੱਚ ਜਿਹੜਾ ਅੜਿੱਕਾ ਢਾ ਕੇ ਸਰਕਾਰ ਨੂੰ ਜਿਹੜਾ ਝਟਕਾ ਉਹ ਜ਼ਰੂਰ ਦਿੱਤਾ। ਜੀ ਬਿਲਕੁਲ ਬਿਲਕੁਲ। ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਹੁਣ ਅੱਗੇ ਕੀ ਕਰਦੀ ਆ, ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਯੋਗਤਾ ਦੇ ਆਧਾਰ ਤੇ ਹੋਣੀ ਚਾਹੀਦੀ ਆ। ਅਸੀਂ ਕਿਸੇ ਕੋਟੇ ਦਾ ਜਿਹੜਾ ਵਿਰੋਧ ਨਹੀਂ ਕਰਦੇ, ਪਰ ਅਸੀਂ ਇਹ ਸੁਜੈਸਟ ਤੌਰ ਤੇ ਕਰ ਰਹੇ ਹਾਂ ਕਿ ਭਾਈ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਉਹਦੇ ਵਿੱਚ ਯੋਗਤਾ ਜੇਕਰ ਜ਼ਿਆਦਾ ਜਿਹੜਾ ਹੋਵੇ, ਤਰਜੀਹ ਦਿੱਤੀ ਜਾਵੇ ਯੋਗਤਾ ਨੂੰ, ਤਾਂ ਜ਼ਿਆਦਾ ਵਧੀਆ ਹੈ। ਅਸੀਂ ਅੱਗੇ ਵੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਬਜਾਏ ਇਸ ਦੇ ਕਿ ਮੁੱਖ ਮੰਤਰੀ ਜਾਂ ਹੋਰ ਕੋਈ ਅਹੁਦਿਆਂ ਦੇ ਲਈ ਜਿਹੜੇ ਉਮੀਦਵਾਰ ਪਾਰਟੀਆਂ ਘੋਸ਼ਿਤ ਕਰਦੀਆਂ ਨੇ, ਉਹਨਾਂ ਦੇ ਵਿੱਚ ਵੀ ਉਹ ਉਮੀਦਵਾਰ ਹੋਣੇ ਚਾਹੀਦੇ ਆ ਜਿਹੜੇ ਕਿ ਜਿਹੜੇ ਯੋਗਤਾ ਦੇ ਆਧਾਰ ਤੇ ਹੋਣੇ ਚਾਹੀਦੇ ਆ, ਚਾਹੇ ਉਹ ਐਸਸੀ ਹੋਵੇ, ਚਾਹੇ ਉਹ ਜਰਨਲ ਹੋਵੇ, ਚਾਹੇ ਉਹ BC ਹੋਵੇ, ਚਾਹੇ ਕੋਈ ਵੀ ਕੈਟਾਗਰੀ ਹੋਵੇ। ਮੈਨੂੰ ਲੱਗਦਾ ਕਿ ਜੇਕਰ ਯੋਗਤਾ ਦੇ ਆਧਾਰ ਤੇ ਹੋਣਗੇ ਤਾਂ ਫਿਰ ਜ਼ਿਆਦਾ ਜਿਹੜਾ ਉਹ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ ਇਹੋ ਜਿਹੇ ਉਮੀਦਵਾਰਾਂ, ਤਾਂ ਜੋ ਜ਼ਿਆਦਾ ਜਿਹੜਾ ਸਮਾਜ ਦਾ ਸੁਧਾਰ ਹੋ ਸਕੇ। ਉਧਰ ਨਜਾਇਜ਼ ਖਨਨ ਦੇ ਮਾਮਲੇ ਤੇ ਇੱਕ ਵਾਰ ਫਿਰ ਤੋਂ ਕਹਿੰਦੇ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਗਿਆ, ਉੱਥੇ ਫਿਰ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਮਾਮਲਾ ਦੇਸ਼ ਦੀ ਜਿਹੜੀ ਸੁਰੱਖਿਆ ਦੇ ਨਾਲ ਜੁੜ ਗਿਆ। ਪਹਿਲਾਂ ਵੀ ਆਪਾਂ ਇੱਥੇ 1-2 ਵਾਰੀ ਪ੍ਰੋਗਰਾਮ ਮਣਖੀ ਸਾਹਿਬ ਕੀਤਾ, ਹੁਣ ਤਾਂ ਇਹ ਹੱਦੀ ਹੋਈ ਜਾ ਰਹੀ ਹੈ। ਕਹਿੰਦੇ ਬੰਕਰ ਵੀ ਹੁਣ ਤਾਂ ਖਿਸਕਣ ਲੱਗੇ, ਫੌਜ ਦੇ ਇੰਨੀ ਮਾਈਨਿੰਗ ਹੋ ਰਹੀ ਹੈ। ਪਹਿਲਾਂ ਤਾਂ ਦੂਜਿਆਂ ਨੂੰ ਭੰਡੀ ਜਾਂਦੇ ਸੀ, ਹੁਣ ਆਪ ਕਿਉਂ ਨਹੀਂ ਰੋਕ ਰਹੇ, ਜਦ ਕਿ ਵਾਰ-ਵਾਰ ਇੰਟਰਫੇਰੈਂਸ ਕਰ ਰਿਹਾ BSF ਜਿਹੜੀ ਆ, ਫੌਜ ਜਿਹੜੀ ਜਾ ਕੇ ਹਾਈ ਕੋਰਟ ਦਾ ਸਹਾਰਾ ਲੈ ਰਹੀ ਹੈ। ਹਾਈ ਕੋਰਟ ਦੁਬਾਰਾ ਉੱਥੇ ਜਾ ਕੇ ਹੁਣ ਹਾਈ ਕੋਰਟ ਨੇ ਤਾਂ ਮਾਈਨਿੰਗ ਵੀ ਰੁਕਵਾਤੀ ਸੀਗੀ, ਇਹ ਫੇਰ ਬੰਕਰ ਕਿਉਂ ਖਿਸਕ ਰਹੇ ਆ? ਅੱਗੇ BSF ਜਿਹੜੀ ਸੀ ਹਰਕਤ ਵਿੱਚ ਆਈ ਸੀ, BSF ਨੇ ਹਾਈ ਕੋਰਟ ਦਾ ਜਿਹੜਾ ਸਹਾਰਾ ਲਿਆ ਸੀ। ਹੁਣ ਆਰਮੀ ਜਿਹੜੀ ਆ, ਜਿਹੜੀ ਸਰਹੱਦਾਂ ਦੇ ਉੱਤੇ ਜਿਹੜੇ ਬੰਕਰ ਬਣੇ ਨੇ, ਜਿਹਦੇ ਉੱਤੇ ਪੂਰਨ ਤੌਰ ਤੇ ਦੇਸ਼ ਦੀ ਸੁਰੱਖਿਆ ਦਾ ਭਾਰ ਆ, ਉਹਨੇ ਹੁਣ ਹਾਈ ਕੋਰਟ ਤੱਕ ਅਪਰੋਚ ਕੀਤੀ ਹੈ ਤੇ ਉਹਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਵਿੱਚ ਮਾਈਨਿੰਗ ਹੋਣ ਕਰਕੇ ਉਹਨਾਂ ਦੇ ਜਿਹੜੇ ਬੰਕਰ ਨੇ ਤੁਸੀਂ ਦੇ ਜਿਹੜੇ ਬਣੇ ਉਹ ਜ਼ਮੀਨ 'ਚ ਧੱਸ ਰਹੇ ਆ, ਤੇ ਕਈ ਵਾਰ ਇਹਦੇ ਨਾਲ ਮਾਈਨਿੰਗ ਦੇ ਹੋਣ ਦੇ ਨਾਲ ਹੜ੍ਹਾਂ ਦਾ ਜਿਹੜਾ ਖਤਰਾ ਵੀ ਜਿਹੜਾ ਬਣਿਆ ਹੋਇਆ ਆ। ਤਾਂ ਹੁਣ ਸਰਕਾਰ ਦੇ ਹਾਈ ਕੋਰਟ ਵੱਲੋਂ ਜਿਹੜੀ ਗੁਰਦਾਸਪੁਰ ਜ਼ਿਲ੍ਹਾ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਾਂ ਪੂਰਨ ਤੌਰ ਤੇ ਮਾਈਨਿੰਗ ਤੇ ਉੱਤੇ ਪਾਬੰਦੀ ਜਿਹੜੀ ਉਹ ਲਗਾਈ ਹੋਈ ਹੈਗੀ ਆ ਕਿ ਮਾਈਨਿੰਗ ਨਹੀਂ ਹੋ ਸਕਦੀ। ਪਰ ਦੂਸਰੇ ਪਾਸੇ ਹੁਣ ਇਹ ਜਿਹੜੇ ਤੱਥ ਨਵੇਂ ਸਾਹਮਣੇ ਆਏ ਆ ਕਿ ਆਰਮੀ ਨੇ ਇਹ ਗੱਲ ਕਹੀ ਕਿ ਇਹਦੇ ਨਾਲ ਹੜ੍ਹ ਦੀ ਸਥਿਤੀ ਵੀ ਜਿਹੜੀ ਬਣ ਸਕਦੀ ਆ, ਕਿਉਂਕਿ ਬੰਕਰ ਕਮਜ਼ੋਰ ਹੋ ਚੁੱਕੇ ਆ। ਤੁਸੀਂ ਤੋਂ ਕਈ ਹੈਵੀ ਟੈਂਕ ਜਿਹੜੇ ਲੰਘਦੇ ਆ, ਪਰ ਥੱਲਿਓਂ ਖਾਧਾ ਗਿਆ ਸਾਰਾ ਕੰਮ। ਤਾਂ ਕੁਦਰਤੀ ਤੌਰ ਤੇ ਦੇਸ਼ ਦੀ ਸੁਰੱਖਿਆ ਨੂੰ ਇੱਕ ਖਤਰਾ ਤਾਂ ਸੁਖਵਿੰਦਰ ਜੀ ਹੈਗਾ, ਬਹੁਤ ਵੱਡਾ ਖਤਰਾ ਆ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਇਹਦੇ ਨਾਲ ਜਿਹੜੇ ਡਰੋਨ ਨੇ, ਜਿਹੜੇ ਪਾਕਿਸਤਾਨ ਤੋਂ ਅਸਲੇ ਦੀ ਇਸ ਪਾਸੇ ਡਿਲੀਵਰੀ ਕਰਦੇ ਆ, ਉਹਨਾਂ ਦੀ ਆਵਾਜ਼ਾਂ ਵੀ ਜਿਹੜੀਆਂ ਉਹ ਨਹੀਂ ਸੁਣੀਆਂ ਜਾਂਦੀਆਂ। ਸੁਖਵਿੰਦਰ ਜੀ, ਇਹਦੇ ਵਿੱਚ ਨਾ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਇਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੋਸ਼ੀ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 6 ਮਹੀਨੇ ਬਣੇ ਆ, ਹੁਣ 6 ਮਹੀਨਿਆਂ ਦੇ ਵਿੱਚ ਤਾਂ ਇੰਨੀ ਮਾਈਨਿੰਗ ਜਿਹੜੀ ਆ ਉਹ ਹੋਈ ਨਹੀਂ। ਇਹ ਮਾਈਨਿੰਗ ਬੜੇ ਲੰਮੇ ਦੌਰ ਤੋਂ ਚੱਲਦੀ ਆ ਰਹੀ ਹੈ, ਪਰ ਰੋਕ ਤਾਂ ਦੇਣਾ। ਹਾਈ ਕੋਰਟ ਵਾਰ-ਵਾਰ ਉਹ ਪਿਛਲੇ ਵਾਰ ਤਾਂ ਹਾਈ ਕੋਰਟ ਨੇ ਉੱਥੇ ਮਾਈਨਿੰਗ ਹੀ ਬੰਦ ਕਰਵਾ ਦਿੱਤੀ ਸੀਗੀ, ਤੇ ਫਿਰ ਵੀ ਚੱਲੀ ਕਿਉਂ ਜਾਂਦੀ ਹੈ? ਪਿਛਲੇ ਨੇ ਤਾਂ ਪਿਛਲੇ ਉਹ ਕੁਝ ਕਰਦੇ ਕਰਕੇ ਤਾਂ ਇਹਨਾਂ ਨੂੰ ਚੁਣਿਆ। ਮੈਂ ਉਹੀ ਤੁਹਾਡੇ ਨਾਲ ਲੱਗਾ ਸਾਂ ਗੱਲ ਕਰਨ ਕਿ ਹੁਣ ਜੇਕਰ ਦੋਸ਼ ਅਸੀਂ ਕੇਵਲ ਇਹ ਗੱਲ ਕਹੀਏ ਕਿ ਇਹ ਜ਼ਿੰਮੇਵਾਰ ਸੀ, ਇਹ ਜ਼ਿੰਮੇਵਾਰੀ ਦੀ ਗੱਲ ਨਹੀਂ ਆਪਾਂ ਕਰ ਸਕਦੇ। ਆਪਾਂ ਇਹ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦਾ, ਇਹਦੀ ਸਰਕਾਰ ਜਿਹੜੀ ਬਣੀ ਆ, ਇਹਦੇ ਪ੍ਰਤੀ ਉਸ ਦਾ ਰੁਖ ਕੀ ਹੋ ਗਿਆ, ਇਸ ਨੂੰ ਕਿਵੇਂ ਰੋਕਿਆ ਜਾਣਾ ਚਾਹੀਦਾ। ਆਪਾਂ ਸਵੇਰੇ ਵੀ ਗੱਲ ਕੀਤੀ, ਸਵੇਰ ਦੇ ਪ੍ਰੋਗਰਾਮ 'ਚ ਜ਼ਰੂਰ ਲੰਘੇ ਨਾ ਅਣਖੀ ਸਾਹਿਬ। ਹੁਣ ਤਾਂ ਇਹ ਆ ਵੀ ਰੋਕਿਆ ਕਿਉਂ ਨਹੀਂ ਗਿਆ ਹਾਲੇ ਤੱਕ, ਕਿਉਂਕਿ ਮਹੀਨੇ 6 ਹੋਣ ਵਾਲੇ ਆ, ਥੋੜੇ ਜਿਹੇ ਦਿਨ ਰਹਿ ਗਏ, 5-7 ਦਿਨ। ਅਣਖ ਸਾਹਿਬ, ਮਹੀਨੇ 6 ਹੋ ਜਾਣੇ ਆ। ਹੁਣ ਤਾਂ ਇਹ ਨਹੀਂ ਕਿ ਰੋਕਿਆ ਕਿਵੇਂ ਜਾਵੇ, ਹੁਣ ਤਾਂ ਇਹ ਆ ਵੀ ਰੋਕਿਆ ਕਿਉਂ ਨਹੀਂ ਗਿਆ। 6 ਮਹੀਨੇ ਵੀ ਕੋਈ ਥੋੜੇ ਨਹੀਂ ਹੁੰਦੇ।
ਕਿਉਂਕਿ ਪਹਿਲਿਆਂ ਨੇ ਦੇਖੋ, ਪਹਿਲਿਆਂ ਦੀ ਅਸੀਂ ਹੱਕ 'ਚ ਨਹੀਂ ਖੜਦੇ, ਪਹਿਲਿਆਂ ਨੇ ਇਹ ਕੁਝ ਕੀਤਾ ਤਾਂ ਹੀ ਤਾਂ ਇਹਨਾਂ ਨੂੰ ਚੁਣਨਾ ਪਿਆ। ਔਰ ਜੇ ਇਹਨਾਂ ਨੂੰ ਬਦਲਾਵ ਦੇ ਰੂਪ ਦੇ ਵਿੱਚ ਚੁਣਿਆ ਤਾਂ ਫਿਰ ਇਹ ਵੀ ਕੁਝ ਕਰਨ, ਕਿਉਂਕਿ ਹੁਣ 6 ਮਹੀਨੇ ਲੰਘ ਚੁੱਕੇ ਆ। ਮੈਂ ਫਿਰ ਉਸੇ ਗੱਲ ਤੇ ਆ ਰਿਹਾ ਕਿ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਵੇਂ ਰੋਕਿਆ ਜਾਵੇ, ਹੁਣ ਤਾਂ ਇਹ ਆ ਵੀ ਇਹਨਾਂ ਦੇ ਵੱਲੋਂ ਰੋਕਿਆ ਕਿਉਂ ਨਹੀਂ ਗਿਆ। ਸੁਖਵਿੰਦਰ ਜੀ, ਉਹੀ ਹਾਈ ਕੋਰਟ ਨੇ ਜਿਹੜੀ ਆਰਮੀ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ, ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਸਾਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ। ਤਾਂ ਬਿਲਕੁਲ ਸਰਕਾਰ ਦੀ ਇਹ ਕੁਦਰਤੀ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ 6 ਮਹੀਨੇ ਜੇ ਪਹਿਲਾਂ ਤਾਂ ਸਰਕਾਰ ਇਹੋ ਹੀ ਦਾਅਵੇ ਕਰਦੇ ਆਏ ਸੀ ਕਿ ਮਾਈਨਿੰਗ ਜਿਹੜੀ ਆ ਪੰਜਾਬ 'ਚ ਗੈਰ ਕਾਨੂੰਨੀ ਆ, ਅਸੀਂ ਬੰਦ ਕਰਾਂਗੇ। ਤਾਂ ਫਿਰ ਕੁਦਰਤੀ ਤੌਰ ਤੇ ਸਰਕਾਰ ਜੇਕਰ ਇਹਦੇ ਵਿੱਚ ਅਸਫਲ ਰਹੀ ਆ ਤਾਂ ਸਰਕਾਰ ਦੀ ਉਹ ਨੀਤੀ ਸਾਹਮਣੇ, ਢਿੱਲ ਬੱਠ ਦੀ ਨੀਤੀ ਸਾਹਮਣੇ ਆ ਜਾਂਦੀ, ਜਾਂ ਸਰਕਾਰ ਦੇ ਵਿਚਲੇ ਕੁਝ ਮੰਤਰੀ ਨੇ, ਜਿਹੜੇ ਕੁਝ ਵਿਧਾਇਕ ਨੇ, ਜਾਂ ਸਰਕਾਰ ਦੇ ਕੁਝ ਚਹੇਤੇ ਹੋ ਸਕਦੇ ਆ ਜਿਨ੍ਹਾਂ ਦੇ ਹੱਕਾਂ ਦੀ ਪੂਰਤੀ ਕਰਨ ਵਾਸਤੇ ਸਰਕਾਰ ਨੇ ਅੱਖਾਂ ਬੰਦ ਕੀਤੀਆਂ। ਸੁਖਵਿੰਦਰ ਜੀ, ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿ ਦੇਵਾਂ, ਸਰਕਾਰਾਂ ਭਾਵੇਂ ਕੋਈ ਵੀ ਆ ਜਾਣ, ਬੰਦੇ ਉਹੀ ਦਿੰਦੇ ਆ, ਸਿਰਫ ਪੱਗਾਂ ਦੇ ਰੰਗ ਬਦਲਦੇ ਆ। ਕਦੇ ਅਕਾਲੀ ਚਿੱਟੀ ਪੱਗ ਆ ਜਾਂਦੀ ਆ, ਕਦੇ ਦੂਜੇ ਪਾਸੇ ਜੇਕਰ ਕਾਂਗਰਸੀ ਹੁਣ ਚਿੱਟੀ ਆ ਜਾਊਗੀ, ਕਾਲੀ ਹੋਣਗੇ ਨੀਲੀ ਆ ਜਾਊਗੀ, ਜੇਕਰ ਇਹ ਆਏ ਨੇ ਤਾਂ ਇਹ ਬਸੰਤੀ ਰੰਗ ਦੀ ਆ। ਬੰਦੇ ਵਿੱਚੋਂ ਉਹੀ ਰਹਿੰਦੇ ਆ, ਉਹੀ ਬੰਦੇ ਪਹਿਲਾਂ ਕਾਂਗਰਸੀ ਹੀ, ਉਹੀ ਬੰਦੇ ਅਕਾਲੀ ਸੀ, ਤੇ ਉਹੀ ਬੰਦੇ ਆਮ ਆਦਮੀ ਪਾਰਟੀ ਦੇ ਆ। ਤੇ ਫਿਰ ਜੇਕਰ ਬੰਦੇ ਹੀ ਉਹ ਨੇ, ਇਹ ਬੰਦੇ ਅਰਸ਼ਾਂ ਤੋਂ ਉੱਤਰ ਤੇ ਆਏ ਨਹੀਂ, ਇੰਟਰਸਟ ਤੇ ਇਹਨਾਂ ਦਾ ਵੀ ਉਹੀ ਨੇ। ਹੁਣ ਸਗੋਂ ਸਰਕਾਰ ਉੱਤੇ ਕੇਸ ਜਿਹੜੀ ਬਸੰਤੀ ਪੱਗ ਬੰਨ ਲਈ ਆ, ਠੀਕ ਆ, ਕੰਮ ਧੰਦਾ ਚੱਲਦਾ, ਪਰ ਇਹੋ ਜਿਹੀਆਂ ਚੀਜ਼ਾਂ ਸਰਕਾਰ ਨੂੰ ਜਿਹੜੀਆਂ ਮਹਿੰਗੀਆਂ ਪੈ ਸਕਦੀਆਂ। ਸਰਕਾਰ ਨੂੰ ਇਸ ਦਾ ਜਵਾਬ ਜਿਹੜਾ ਜ਼ਰੂਰ ਦੇਣਾ ਪਏਗਾ ਕਿ ਸਰਕਾਰ ਇਸ ਵਕਤ ਤੋਂ ਅਸਫਲ ਕਿਉਂ ਹੋ ਰਹੀ ਹੈ, ਕਿਉਂਕਿ ਇਹ ਮੁੱਦਾ ਦੇਸ਼ ਦੀ ਸੁਰੱਖਿਆ ਦਾ ਮੁੱਦਾ ਆ, ਦੇਸ਼ ਦੀ ਸੁਰੱਖਿਆ ਦਾ ਮੁੱਦਾ, ਜਿਹਦੇ ਨਾਲ ਕਿਸੇ ਵੀ ਸਟੇਜ ਦੇ ਉੱਤੇ ਕੰਪਰੋਮਾਈਜ਼ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਜੰਗ ਦੀ ਸਥਿਤੀ ਬਾਰਡਰ ਤੇ ਹੀ ਬੈਠੇ ਆ, ਦੂਜੇ ਪਾਸੇ ਪਾਕਿਸਤਾਨ ਹਰ ਵਾਰ ਤਿਆਰ ਹੋ ਕੇ ਪੰਜਾਬ ਦਾ ਨੁਕਸਾਨ ਕਰਨ ਨੂੰ ਤਤਪਰ ਰਹਿੰਦਾ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਜੇਕਰ ਇਹੋ ਜਿਹੇ ਮੁੱਦੇ ਤਾਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਆ ਤਾਂ ਚਿੰਤਾ ਦਾ ਵਿਸ਼ਾ ਹੈਗਾ। ਸਰਕਾਰ ਨੂੰ ਇਹਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਪੂਰੀ ਸੰਜੀਦਗੀ ਦੇ ਨਾਲ ਨਿਭਾਉਣ ਦੀ ਲੋੜ ਹੈਗੀ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੇ ਮਾਮਲਾ ਨਾ ਸੰਭਿਆ ਗਣਖੀ ਸਾਹਿਬ, ਤਾਂ ਸਰਕਾਰ ਦੀਆਂ ਮੁਸ਼ਕਲਾਤਾਂ ਵੱਧ ਸਕਦੀਆਂ ਨੇ। ਉਹ ਤਾਂ ਕੁਦਰਤੀ ਤੌਰ ਤੇ ਜੇਕਰ ਹੁਣ ਹਾਈ ਕੋਰਟ ਦੇ ਵਿੱਚ ਆਰਮੀ ਨੇ ਰਿਟ ਪਟੀਸ਼ਨ ਦਾਇਰ ਕੀਤੀ ਹੈ ਤਾਂ ਮਸਲਾ ਤਾਂ ਹੋਰ ਉਭਰੇਗਾ, ਉਹ ਤਾਂ ਹੈ ਇਹਦੇ ਨਾਲ ਜੀ। ਬਿਲਕੁਲ ਬਿਲਕੁਲ। ਗਣਖੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।